TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ। ਇਜ਼ਰਾਈਲੀ ਪ੍ਰਧਾਨ ਮੰਤਰੀ ਅਚਾਨਕ ਪਹੁੰਚੇ ਮਾਸਕੋ। ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਕੀਤੀ ਇੱਕ ਭਾਵਪੂਰਤ ਅਤੇ ਵੱਡੀ ਅਪੀਲ। ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਦੀਆਂ ਖੌਫਨਾਕ ਹੱਡਬੀਤੀਆਂ। ਹਿਮਾਚਲ ਦੇ ਹਾਲੇ ਵੀ 149 ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਏ। ਯੂਕਰੇਨ ਛੱਡ ਪੋਲੈਂਡ ਵਿੱਚ ਆਏ ਪੰਜਾਬੀ ਵਿਦਿਆਰਥੀਆਂ ਨੇ ਪੱਖਪਾਤ ਦੇ ਲਗਾਏ ਦੋਸ਼ ਅਤੇ ਪਾਕਿਸਤਾਨ ਦੇ ਪਿਸ਼ਾਵਰ ਵਿੱਚ ਹੋਏ ਧਮਾਕੇ ਦੀ ਇਸਲਾਮਿਕ ਸਟੇਟ ਨੇ ਜ਼ਿੰਮੇਵਾਰੀ ਕਬੂਲੀ। ਦੋਸਤੋ, ਇਹਨਾਂ ਕੁਝ ਖਬਰਾਂ ਨੂੰ ਆਧਾਰ ਬਣਾਵਾਂਗੇ, ਵਿਸਥਾਰ ਨਾਲ ਗੱਲਬਾਤ ਕਰਾਂਗੇ। ਇਹਦੇ ਤੋਂ ਪਹਿਲਾਂ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪ੍ਰੋਗਰਾਮ ਦੇਖਣ ਸੁਣਨ ਤੋਂ ਬਾਅਦ ਜੇਕਰ ਚੰਗਾ ਲੱਗਿਆ ਫਿਰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਇਸ ਸਮੁੱਚੇ ਆਲਮ ਦੇ ਵਿੱਚ ਕੀ ਕੁਝ ਵਾਪਰ ਬੀਤ ਰਿਹਾ ਹੈ ਉਸ ਦੇ ਮੁਤਲਕ ਗੱਲਬਾਤ ਕਰੀਏ। 10 ਦਿਨ ਬੀਤ ਚੁੱਕੇ ਨੇ। ਰੂਸ ਅਤੇ ਯੂਕਰੇਨ ਦੇ ਦਰਮਿਆਨ ਜੰਗ ਜਾਰੀ ਹੈ। ਰੂਸ ਨੇ 2 ਸ਼ਹਿਰਾਂ ਮਾਰੀਓਪੋਲ ਅਤੇ ਇੱਕ ਹੋਰ ਸ਼ਹਿਰ ਉੱਥੇ ਜੰਗਬੰਦੀ ਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ ਇਹਨਾਂ ਦੋਵਾਂ ਸ਼ਹਿਰਾਂ ਦੇ ਵਿੱਚ ਖਬਰਾਂ ਮਿਲ ਰਹੀਆਂ ਨੇ ਕਿ ਕੁਝ ਕੁ ਘੰਟੇ ਤੱਕ ਗੋਲੀਬਾਰੀ ਰੁਕੀ ਜਾਂ ਘਟਾਈ ਬੰਦ ਵੀ ਰਹੀ, ਜਦੋਂ ਕਿ ਯੂਕਰੇਨ ਦੋਸ਼ ਲਗਾ ਰਿਹਾ ਹੈ ਕਿ ਜੰਗਬੰਦੀ ਦੀਆਂ ਸ਼ਰਤਾਂ ਦਾ ਰੂਸ ਨੇ ਕੋਈ ਪਾਲਣ ਨਹੀਂ ਕੀਤਾ। ਜਾਣਕਾਰੀ ਹੁਣ ਇਹ ਵੀ ਮਿਲ ਰਹੀ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਸ਼ਨੀਚਰਵਾਰ ਦੀ ਰਾਤ ਅਚਾਨਕ ਮਾਸਕੋ ਪਹੁੰਚ ਗਏ ਅਤੇ ਉਹਨਾਂ ਦੇ ਨਾਲ ਇੰਟੈਲੀਜੈਂਸ ਮੁਖੀ ਅਤੇ ਕੁਝ ਹੋਰ ਵੱਡੇ ਅਫਸਰ, ਆਲਾ ਅਫਸਰ ਵੀ ਮੌਜੂਦ ਸੀ। ਇਹ ਖਬਰ ਨਿਊਯਾਰਕ ਟਾਈਮਜ਼ ਨੇ ਦਿੱਤੀ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਵਲਾਦੀਮੀਰ ਪੁਤਿਨ ਅਤੇ ਬੈਨੇਟ ਦੀ ਲੰਬੀ ਚੌੜੀ ਗੱਲਬਾਤ ਵੀ ਹੋਈ ਹੈ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਦਰਅਸਲ ਬੈਨੇਟ ਨੂੰ ਗੱਲਬਾਤ ਨੇਪਰੇ ਚਾੜਨ ਦੀ ਅਪੀਲ ਕੀਤੀ ਸੀ ਕਿ ਜਾਓ ਗੱਲਬਾਤ ਕਰੋ। ਇਹ ਵੀ ਪਤਾ ਲੱਗਿਆ ਹੈ ਕਿ ਬੈਨੇਟ ਅਤੇ ਪੁਤਿਨ ਦੀ ਆਪਸ ਦੇ ਵਿਚਕਾਰ ਕਾਫੀ ਬਣਦੀ ਹੈ ਅਤੇ ਉਮੀਦ ਹੈ ਕਿ ਜੇਕਰ ਪੁਤਿਨ ਨੂੰ ਕੋਈ ਮਨਾ ਸਕਦਾ ਇਸ ਜੰਗਬੰਦੀ ਦੇ ਵਾਸਤੇ ਕਿ ਮੁਕੰਮਲ ਤੌਰ ਤੇ ਜੰਗ ਬੰਦ ਕੀਤੀ ਜਾਵੇ, ਤਾਂ ਬੈਨੇਟ ਦੁਨੀਆ ਦੇ ਉਹ ਇੱਕ ਲੀਡਰ ਨੇ ਜਿਹੜੇ ਪੁਤਿਨ ਨੂੰ ਇਸ ਗੱਲ ਵਾਸਤੇ ਰਾਜ਼ੀ ਕਰ ਸਕਦੇ ਹੈ। ਤੇ ਇਹ ਵੀ ਜਾਣਕਾਰੀ ਮਿਲ ਗਈ ਹੈ ਇਸ ਗੱਲਬਾਤ ਤੋਂ ਬਾਅਦ ਕਿ ਰੂਸ ਦੇ ਨਾਲ ਯੂਕਰੇਨ ਦੀ ਤੀਸਰੇ ਦੌਰ ਦੀ ਗੱਲਬਾਤ 7 ਮਾਰਚ ਦਿਨ ਸੋਮਵਾਰ ਨੂੰ ਹੋਵੇਗੀ ਅਤੇ ਇਹ ਗੱਲਬਾਤ ਪੋਲੈਂਡ ਵਿੱਚ ਹੋਣ ਵਾਲੀ ਦੱਸੀ ਜਾ ਰਹੀ ਹੈ। ਹੁਣ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ ਯੂਕਰੇਨ ਨੂੰ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਛੱਡ ਦਿੱਤਾ ਹੈ ਅਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ। ਸਭ ਤੋਂ ਵੱਧ ਲੋਕ ਹੁਣ ਤੱਕ ਯੂਕਰੇਨ ਦੇ ਗੁਆਂਢੀ ਮੁਲਕ ਪੋਲੈਂਡ ਵਿੱਚ ਪਹੁੰਚੇ ਨੇ, ਜਿਨ੍ਹਾਂ ਦੀ ਗਿਣਤੀ 6.5 ਲੱਖ ਦੱਸੀ ਜਾਂਦੀ ਹੈ। ਇਸ ਤਰ੍ਹਾਂ ਸਲੋਵਾਕੀਆ ਦੇ ਵਿੱਚ 90,000 ਪਹੁੰਚੇ ਹੈ। ਹੰਗਰੀ ਦੇ ਵਿੱਚ ਪਤਾ ਲੱਗਿਆ ਕਿ 1,45,000 ਯੂਕਰੇਨੀ ਪਹੁੰਚ ਚੁੱਕੇ ਨੇ। ਰੋਮਾਨੀਆ ਦੇ ਵਿੱਚ 57,000 ਦੱਸੇ ਜਾ ਰਹੇ ਨੇ। ਮੋਲਡੋਵਾ ਦੇ ਵਿੱਚ 1,03,000 ਦੱਸੇ ਜਾ ਰਹੇ ਨੇ। ਬੇਲਾਰੂਸ ਦੇ ਵਿੱਚ ਤਕਰੀਬਨ 500 ਯੂਕਰੇਨੀ ਪਹੁੰਚੇ ਨੇ ਅਤੇ ਰੂਸ, ਜਿਨ੍ਹਾਂ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਹੋਇਆ ਹੈ, ਰੂਸ ਦੇ ਵਿੱਚ ਜਾਣ ਵਾਲਿਆਂ ਦੀ ਵੀ ਕਾਫੀ ਵੱਡੀ ਗਿਣਤੀ ਦੱਸੀ ਜਾ ਰਹੀ ਹੈ। ਯੂਕਰੇਨ ਤੋਂ ਪਲਾਇਨ ਕਰਕੇ ਤਕਰੀਬਨ 1.5 ਲੱਖ ਲੋਕ ਰੂਸ ਵਿੱਚ ਵੀ ਜਾ ਚੁੱਕੇ ਨੇ ਤੇ ਯੂਕਰੇਨ ਛੱਡਣ ਵਾਲਿਆਂ ਦੀ ਗਿਣਤੀ ਹੁਣ ਤੱਕ ਤਕਰੀਬਨ 12 ਲੱਖ ਦੱਸੀ ਜਾ ਰਹੀ ਹੈ ਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ। ਤੇ ਤੁਸੀਂ ਇਹ ਦੇਖੋ ਕਿ ਇਹ ਵੀ ਪਤਾ ਲੱਗਿਆ ਹੈ ਕਿ ਰੂਸ ਨੇ ਇੱਕ ਹੋਰ ਵੱਡਾ ਫੈਸਲਾ ਕੀਤਾ ਹੈ। ਮਾਸਕੋ ਤੋਂ ਇੱਕ ਫਲਾਈਟ ਉਹਨਾਂ ਨੇ ਅਮਰੀਕਾ ਵਾਸਤੇ ਭੇਜੀ ਅਤੇ ਸਪੈਸ਼ਲ ਫਲਾਈਟ ਸੀ ਤੇ ਇਸ ਫਲਾਈਟ ਦੇ ਵਿੱਚ ਵਾਸ਼ਿੰਗਟਨ ਤੋਂ ਜਿੰਨੇ ਵੀ ਰੂਸੀ ਡਿਪਲੋਮੈਟਸ ਨੇ ਉਹਨਾਂ ਨੂੰ ਮਾਸਕੋ ਸੱਦ ਲਿਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਸਾਫ਼ ਕਰ ਦਿੱਤਾ, ਜਿਹੜਾ ਰੂਸ ਦਾ ਵਿਦੇਸ਼ ਮੰਤਰਾਲਾ ਹੈ, ਕਿ ਅਮਰੀਕਾ ਦੇ ਨਾਲ ਕੱਟੀ, ਅਮਰੀਕਾ ਦੇ ਨਾਲ ਹੁਣ ਅਸੀਂ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕਰਾਂਗੇ। ਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਹ ਵੀ ਗੱਲ ਬੀਤੀ ਰਾਤ ਸਾਫ਼ ਕਰ ਦਿੱਤੀ ਹੈ ਕਿ ਯੂਕਰੇਨ ਦੀ ਲੀਡਰਸ਼ਿਪ ਨੂੰ ਹੁਣ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੋ ਉਹ ਹੁਣ ਕਰ ਰਹੇ ਨੇ, ਜੇਕਰ ਉਹਨਾਂ ਨੇ ਇਹ ਕੰਮਕਾਰ ਇਸੇ ਤਰ੍ਹਾਂ ਜਾਰੀ ਰੱਖਿਆ ਤਾਂ ਉਹਨਾਂ ਦਾ ਇੱਕ ਦੇਸ਼ ਦੇ ਤੌਰ ਤੇ ਬਚਣਾ ਮੁਸ਼ਕਲ ਹੋ ਜਾਵੇਗਾ। ਤੇ ਇਹਦੀ ਜ਼ਿੰਮੇਵਾਰੀ ਉਹ ਕਹਿੰਦੇ ਕਿਸੇ ਹੋਰ ਦੀ ਨਹੀਂ, ਖੁਦ ਯੂਕਰੇਨੀ ਲੀਡਰਸ਼ਿਪ ਦੀ ਹੋਏਗੀ। ਹੁਣ ਤੁਸੀਂ ਦੇਖੋ ਕਿ ਕੰਮ ਉਹਨਾਂ ਨੇ ਜਾਰੀ ਕਿਹੜਾ ਰੱਖਿਆ ਹੋਇਆ। ਇੱਕ ਵੀ ਹਮਲਾ ਹਾਲੇ ਤੱਕ ਉਹਨਾਂ ਨੇ ਰੂਸ ਤੇ ਨਹੀਂ ਕੀਤਾ। ਹਮਲੇ ਹੋ ਰਹੇ ਨੇ ਯੂਕਰੇਨ ਤੇ।
ਲੋਕ ਮਰ ਰਹੇ ਨੇ ਯੂਕਰੇਨ ਦੇ, ਮੁਲਕ ਨੂੰ ਛੱਡ ਕੇ ਜਾ ਰਹੇ ਨੇ ਯੂਕਰੇਨ ਦੇ ਲੋਕ, ਯੂਕਰੇਨ ਦੀ ਭਾਰੀ ਤਬਾਹੀ ਹੋ ਰਹੀ ਹੈ, ਬੱਚੇ, ਬੁੱਢੇ, ਬਜ਼ੁਰਗ, ਮਹਿਲਾਵਾਂ, ਫੌਜੀ, ਸਭ ਕੁਝ ਉਹਨਾਂ ਦਾ ਤਬਾਹ ਹੋ ਰਿਹਾ ਹੈ। ਤੇ ਇਹਨੂੰ ਦਰਅਸਲ ਹੁਣ ਇੱਕ ਵੱਡੀ ਧਮਕੀ ਮੰਨਿਆ ਜਾ ਰਿਹਾ ਹੈ, ਕਿਉਂਕਿ ਪਹਿਲਾਂ ਤਾਂ ਰਾਸ਼ਟਰਪਤੀ ਪੁਤਨ ਕਹਿੰਦੇ ਸੀ ਕਿ ਸਾਡਾ ਇਸ ਮੁਲਕ ਤੇ ਕਬਜ਼ਾ ਕਰਨ ਦਾ ਕੋਈ ਇਰਾਦਾ ਨਹੀਂ, ਪਰ ਆਹ ਜਿਹੜੀ ਗੱਲ ਉਹਨਾਂ ਨੇ ਬੀਤੀ ਰਾਤ ਆਖੀ ਹੈ ਕਿ ਜੇਕਰ ਯੂਕਰੇਨ ਦੀ ਲੀਡਰਸ਼ਿਪ ਨੇ ਆ ਜੋ ਕੁਝ ਉਹ ਕਰ ਰਹੇ ਨੇ ਇਹ ਜਾਰੀ ਰੱਖਿਆ ਤਾਂ ਇੱਕ ਮੁਲਕ ਦੇ ਤੌਰ ਤੇ ਬਚਣਾ ਮੁਸ਼ਕਲ ਹੋ ਜਾਵੇਗਾ ਯੂਕਰੇਨ। ਇਹ ਧਮਕੀ ਹੈ। ਤੇ ਹੁਣ ਇੱਕ ਪਾਸੇ ਗੱਲਬਾਤ ਦੀਆਂ ਸੰਭਾਵਨਾਵਾਂ ਨੇ ਕਿ ਸੋਮਵਾਰ ਨੂੰ ਪੋਲੈਂਡ ਦੇ ਵਿੱਚ ਗੱਲਬਾਤ ਹੋਣੀ ਹੈ, ਤੇ ਦੂਸਰੇ ਪਾਸੇ ਰਾਸ਼ਟਰਪਤੀ ਪੁਤਨ ਦੀ ਇਹ ਧਮਕੀ ਕਈ ਗੁੱਝੇ ਇਸ਼ਾਰੇ ਕਰ ਰਹੀ ਹੈ ਕਿ ਰਾਸ਼ਟਰਪਤੀ ਪੁਤਨ ਕਿੱਥੇ ਤੱਕ ਸੋਚਦੇ ਨੇ ਕਿ ਉਹ ਕੀ ਕਰਨਗੇ। ਇਹਦੇ ਤੋਂ ਬਾਅਦ ਫਿਰ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਉਹ ਦੁਨੀਆ ਦੇ ਸਾਹਮਣੇ ਆਏ। ਲਗਾਤਾਰ ਹਮਲੇ ਹੋ ਰਹੇ ਨੇ, ਬੰਬਾਰੀ ਹੋ ਰਹੀ ਹੈ, ਤਬਾਹੀ ਦਾ ਮੰਜ਼ਰ ਹੈ। ਯੂਰਪ ਦੇ ਕੁਝ ਵੱਡੇ ਸ਼ਹਿਰਾਂ ਤੋਂ ਖਬਰਾਂ ਮਿਲੀਆਂ ਨੇ ਹੁਣ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੇ ਨੇ, ਘਰਾਂ ਤੋਂ ਬਾਹਰ ਨਿਕਲ ਕੇ ਮੁਜ਼ਾਹਰੇ ਕਰਨ ਲੱਗੇ ਨੇ। ਸਿਰਫ ਉੱਥੇ ਹੀ ਨਹੀਂ, ਇਹ ਖਬਰਾਂ ਰੂਸ ਤੋਂ ਵੀ ਮਿਲੀਆਂ ਸੀ, ਪਰ ਰੂਸ ਨੇ ਸੋਸ਼ਲ ਮੀਡੀਆ ਦੇ ਉੱਤੇ ਹੁਣ ਮੁਕੰਮਲ ਪਾਬੰਦੀ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਫੇਸਬੁੱਕ ਤੇ ਪਾਬੰਦੀ ਲਾ ਦਿੱਤੀ ਹੈ, ਟਵਿੱਟਰ ਤੇ ਵੀ ਪਾਬੰਦੀ ਲਾ ਦਿੱਤੀ ਹੈ, ਤੇ ਨਾਲ ਉਹ ਕਹਿੰਦੇ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਅਸੀਂ YouTube ਤੇ ਵੀ ਪਾਬੰਦੀ ਲਾ ਦਈਏ, ਕਿਉਂਕਿ ਉਹ ਕਹਿੰਦੇ ਜੋ ਸਰਕਾਰੀ ਮੀਡੀਆ ਤੁਹਾਨੂੰ ਦੱਸਦਾ ਸਿਰਫ ਉਹੀ ਖਬਰ ਮੰਨੋ। ਸਰਕਾਰੀ ਮੀਡੀਆ ਨੂੰ ਉਹੀ ਦੱਸਿਆ ਜਾ ਰਿਹਾ ਜਿਹੜਾ ਉਹਨਾਂ ਨੂੰ ਲੱਗੇ ਕਿ ਰੂਸ ਦੇ ਲੋਕ ਪਸੰਦ ਕਰਨਗੇ। ਰੂਸ ਦੇ ਵਿੱਚ ਵੀ ਇਸ ਜੰਗ ਦੇ, ਇਸ ਯੁੱਧ ਦੇ ਖਿਲਾਫ ਮੁਜ਼ਾਹਰੇ ਹੋਣੇ ਸ਼ੁਰੂ ਹੋ ਗਏ ਨੇ, ਪਰ ਯੂਰਪ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਸ ਜੰਗ ਦੇ ਖਿਲਾਫ ਮੁਜ਼ਾਹਰੇ ਨੇ, ਲੋਕ ਸੜਕਾਂ ਤੇ ਨਿਕਲੇ ਨੇ। ਤੇ ਇਹਨਾਂ ਮੁਜ਼ਾਹਰਾਕਾਰੀਆਂ ਨੂੰ ਆਨਲਾਈਨ ਸੰਬੋਧਨ ਕੀਤਾ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ। ਉਹਨਾਂ ਨੇ ਆਖਿਆ, ਗੱਲ ਵੱਡੀ ਆਖ ਦਿੱਤੀ ਹੈ। ਉਹ ਕਹਿੰਦੇ ਇਹਨੂੰ ਯੂਕਰੇਨ ਦੀ ਹਾਰ ਨਾ ਸਮਝਿਓ, ਸਮਝੋ ਕਿ ਪੂਰਾ ਯੂਰਪ ਮਹਾਂਦੀਪ ਹਾਰਿਆ ਹੈ। ਇਸ ਤਰ੍ਹਾਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਖਿਆ ਕਿ ਰੂਸ ਵੱਲੋਂ ਯੂਕਰੇਨ ਤੇ ਹਮਲਾ ਸਿਰਫ ਯੂਕਰੇਨ ਤੇ ਹਮਲਾ ਨਹੀਂ, ਬਲਕਿ ਯੂਰਪ ਦੀ ਸੁਰੱਖਿਆ ਤੇ ਆਲਮੀ ਸ਼ਾਂਤੀ ਤੇ ਵੀ ਹਮਲਾ ਹੈ। ਉਹਨਾਂ ਕਿਹਾ ਕਿ ਪੂਰਬੀ ਯੂਰਪੀ ਮੁਲਕ ਖਿਲਾਫ ਰੂਸ ਦਾ ਹਮਲਾਵਰ ਰੁਖ ਵਧਣ ਦੇ ਦੌਰਾਨ ਨਾਟੋ ਦੇ ਸਹਿਯੋਗੀ ਮੁਲਕਾਂ ਦੀ ਸੁਰੱਖਿਆ ਪ੍ਰਤੀ ਅਸੀਂ ਵਚਨਬੱਧ ਹਾਂ। ਉਹਨਾਂ ਨੇ ਇੱਕ ਵਾਰੀ ਫਿਰ ਇਹ ਗੱਲ ਦੁਹਰਾਈ। ਤੇ ਹੁਣ 10 ਦਿਨ ਬੀਤ ਚੁੱਕੇ ਨੇ, ਲਗਾਤਾਰ ਰੂਸ ਹਮਲੇ ਕਰ ਰਿਹਾ ਹੈ, ਤੇ ਇਹਨਾਂ ਹਮਲਿਆਂ ਦੇ ਖਿਲਾਫ ਪ੍ਰਾਗ ਦੇ ਵਿੱਚ, ਫਰੈਂਕਫਰਟ ਦੇ ਵਿੱਚ, ਲਿਓਨ ਦੇ ਵਿੱਚ ਤੇ ਕਈ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਲੋਕ ਮੁਜ਼ਾਹਰੇ ਕਰ ਰਹੇ ਸੀ। ਤੇ ਇਹਨਾਂ ਮੁਜ਼ਾਹਰਾਕਾਰੀਆਂ ਨੂੰ ਵੀਡੀਓ ਲਿੰਕ ਦੇ ਰਾਹੀਂ ਸੰਬੋਧਨ ਕੀਤਾ ਰਾਸ਼ਟਰਪਤੀ ਜ਼ੈਲੈਂਸਕੀ ਨੇ। ਉਹਨਾਂ ਨੇ ਆਖਿਆ ਕਿ ਚੁੱਪ ਨਾ ਰਹੋ, ਹੁਣ ਲੋਕੋ ਬਾਹਰ ਸੜਕਾਂ ਤੇ ਨਿਕਲੋ, ਯੂਕਰੇਨ ਦਾ ਸਾਥ ਦਿਓ, ਸਾਡੀ ਆਜ਼ਾਦੀ ਦਾ ਸਾਥ ਦਿਓ। ਇਹ ਸਾਡੀ ਰੂਸੀ ਫੌਜ ਉੱਤੇ ਹੀ ਨਹੀਂ, ਬਲਕਿ ਰੌਸ਼ਨੀ ਦੇ ਹਨੇਰੇ ਉੱਤੇ ਅਤੇ ਨੇਕੀ ਦੀ ਬਦੀ ਉੱਤੇ ਇਹ ਜਿੱਤ ਹੋਵੇਗੀ। ਉਹਨਾਂ ਕਿਹਾ ਕਿ ਜੇਕਰ ਯੂਕਰੇਨ ਡਿੱਗਦਾ ਤਾਂ ਸਮਝੋ ਯੂਰਪੀ ਸਾਰਾ ਮਹਾਂਦੀਪ ਡਿੱਗਦਾ ਹੈ। ਉਹਨਾਂ ਕਿਹਾ ਕਿ ਜੇ ਅਸੀਂ ਜਿੱਤਦੇ ਹਾਂ ਤੇ ਮੈਨੂੰ ਆਪਣੇ ਲੋਕਾਂ ਦੇ ਵਿੱਚ ਵਿਸ਼ਵਾਸ ਹੈ ਤੇ ਮੈਨੂੰ ਤੁਹਾਡੇ ਤੇ ਭਰੋਸਾ, ਇਹ ਲੋਕਤੰਤਰ, ਸਾਡੀਆਂ ਕਦਰਾਂ ਕੀਮਤਾਂ ਦੀ ਆਜ਼ਾਦੀ ਦੀ ਵੱਡੀ ਜਿੱਤ ਹੋਊਗੀ। ਹੁਣ ਆਹ ਗੱਲਾਂ ਇੱਕੋ ਹੀ ਸਾਹੇ ਆ ਗਏ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ। ਹੁਣ ਯੂਕਰੇਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜਿਸ ਦਿਨ ਤੋਂ ਜੰਗ ਲੱਗੀ ਹੈ ਹੁਣ ਤੱਕ ਉਹਨਾਂ ਨੇ ਰੂਸ ਦੇ 10,000 ਫੌਜੀ ਮਾਰ ਦਿੱਤੇ ਹੈ। ਯੂਕਰੇਨੀ ਹਥਿਆਰਬੰਦ ਬਲਾਂ ਦੇ ਮੁਤਾਬਕ 269 ਰੂਸੀ ਟੈਂਕ ਤਬਾਹ ਕਰ ਦਿੱਤੇ ਹੈ, 945 ਬਖਤਰਬੰਦ ਗੱਡੀਆਂ ਤਬਾਹ ਕਰ ਦਿੱਤੀਆਂ ਨੇ, 105 ਆਰਟਿਲਰੀ ਸਿਸਟਮ ਤਬਾਹ ਕਰ ਦਿੱਤੇ ਆ ਰੂਸ ਦੇ, 50 MLRs ਤਬਾਹ ਕਰ ਦਿੱਤੇ ਹੈ, 19 ਏਅਰ ਡਿਫੈਂਸ ਤਬਾਹ ਕਰ ਦਿੱਤੇ ਹੈ, 39 ਜਹਾਜ਼ ਤਬਾਹ ਕਰ ਦਿੱਤੇ ਹੈ, ਅਤੇ ਰੂਸ ਤੇ 40 ਹੈਲੀਕਾਪਟਰ ਯੂਕਰੇਨ ਵਾਲੇ ਕਹਿੰਦੇ ਆ ਕਿ ਅਸੀਂ ਤਬਾਹ ਕਰ ਦਿੱਤੇ ਹੈ। ਤੇ ਦੂਸਰੇ ਪਾਸੇ ਰੂਸ ਨੇ ਯੂਕਰੇਨ ਦੇ ਵਿੱਚ ਭਾਰੀ ਤਬਾਹੀ ਮਚਾਈ ਹੋਈ ਹੈ, ਬਿਲਡਿੰਗਾਂ ਮਲਬੇ ਦਾ ਰੂਪ ਧਾਰਨ ਕਰ ਚੁੱਕੀਆਂ ਨੇ, ਤੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ 2037 ਫੌਜੀ ਟਿਕਾਣੇ ਵੀ ਰੂਸ ਨੇ ਯੂਕਰੇਨ ਦੇ ਤਬਾਹ ਕਰ ਦਿੱਤੇ ਹੈ। ਹੁਣ ਇਹ ਜਿਹੜੀ ਤਬਾਹੀ ਹੈ, ਜਿਹੜੀ ਇੱਕ ਮਿਜ਼ਾਈਲ ਤੁਹਾਨੂੰ ਚੱਲਦੀ ਨਜ਼ਰ ਆਉਂਦੀ ਹੋਣੀ ਹੈ ਕਿਸੇ ਵੀਡੀਓ ਦੇ ਵਿੱਚ, ਜਾਂ ਬੰਬ ਡਿੱਗ ਰਹੇ ਨੇ ਜਾਂ ਟੈਂਕ ਨੇ, ਉਹ ਲੱਖਾਂ ਹਜ਼ਾਰਾਂ ਕਰੋੜਾਂ ਦੇ ਹੈ। ਇਹਦਾ ਅਸਰ ਲੋਕਾਂ ਤੇ ਪੈਣਾ, ਸਮੁੱਚੇ ਭਾਰਤ ਦੇ ਲੋਕਾਂ ਤੇ ਨਹੀਂ, ਸਮੁੱਚੇ ਰੂਸ ਜਾਂ ਯੂਕਰੇਨ ਦੇ ਲੋਕਾਂ ਤੇ ਨਹੀਂ, ਸਗੋਂ ਦੁਨੀਆ ਭਰ ਦੇ ਲੋਕਾਂ ਤੇ ਪੈਣਾ ਹੈ। ਹੁਣ ਤੁਸੀਂ ਦੇਖੋ ਕਿ ਇੱਕ ਪਾਸੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਜੇਕਰ ਤੁਸੀਂ ਬਾਜ਼ ਨਾ ਆਏ ਤਾਂ ਤੁਹਾਡੀ ਹੋਂਦ ਨਹੀਂ ਰਹਿਣੀ, ਤੁਹਾਡਾ ਮੁਲਕ ਨਹੀਂ ਰਹਿਣਾ। ਤੇ ਦੂਸਰੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਲੋਕਾਂ ਨੂੰ ਅਪੀਲ ਕਰ ਰਹੇ ਹੈ
ਕਿਸੇ ਨੂੰ ਕਹਿ ਰਿਹਾ ਜਾ ਕੇ ਗੱਲਬਾਤ ਕਰਾਓ, ਕਿਸੇ ਨੂੰ ਕਹਿ ਰਿਹਾ ਸਾਨੂੰ ਲੜਨ ਵਾਸਤੇ ਹਥਿਆਰ ਭੇਜੋ, ਕਿਸੇ ਨੂੰ ਕਹਿੰਦੇ ਖਾਦ ਖੁਰਾਕ ਭੇਜੋ, ਤੇ ਕਿਸੇ ਨੂੰ ਕਹਿੰਦੇ ਆ ਕਿ ਲੋਕੋ ਚੁੱਪ ਨਾ ਕਰੋ, ਸੜਕਾਂ ਤੇ ਨਿਕਲੋ, ਦੁਨੀਆ ਘਰਾਂ ਤੋਂ ਬਾਹਰ ਨਿਕਲ ਕੇ ਇਸ ਜੰਗ ਦੇ ਖਿਲਾਫ ਆਵਾਜ਼ ਬੁਲੰਦ ਕਰੇ। ਹੁਣ ਜਿਹੜੇ ਬੱਚੇ ਉੱਥੋਂ ਪਰਤ ਰਹੇ ਨੇ ਉਹਨਾਂ ਦੀਆਂ ਕੁਝ ਹੱਡ ਬੀਤੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਬੜੀਆਂ ਖੌਫਨਾਕ ਨੇ, ਬੜੀਆਂ ਡਰਾਉਣੀਆਂ ਨੇ। ਅਸੀਂ ਪੜ੍ਹ ਕੇ, ਅਸੀਂ ਸੁਣ ਕੇ ਡਰ ਰਹੇ ਹਾਂ, ਪਰ ਉਹਨਾਂ ਨੇ ਆਪਣੇ ਇਹ ਤਨ ਤੇ ਹੰਢਾਈਆਂ ਨੇ, ਕਿਉਂਕਿ ਇਹ ਜੰਗ ਲਗਾਤਾਰ ਭਿਆਨਕ ਹੁੰਦੀ ਜਾ ਰਹੀ ਹੈ। ਭਾਰਤੀ ਵਿਦਿਆਰਥੀ ਯੂਕਰੇਨ ਦੇ ਵਿੱਚੋਂ ਲਗਾਤਾਰ ਕੱਢੇ ਜਾ ਰਹੇ ਹੈ। ਭਾਰਤ ਸਰਕਾਰ ਦਾਅਵਾ ਕਰ ਰਹੀ ਹੈ ਕਿ ਕੁਝ ਗਿਣਤੀ ਦੇ ਸਟੂਡੈਂਟ ਰਹਿ ਗਿਆ, ਬਹੁ ਗਿਣਤੀ ਨੂੰ ਉੱਥੋਂ ਕੱਢ ਲਿਆ ਗਿਆ ਹੈ। ਬਹੁਤ ਸਾਰੇ ਭਾਵਕ ਵੀਡੀਓ ਜਿਨ੍ਹਾਂ ਨੂੰ ਦੇਖ ਕੇ ਇਨਸਾਨ ਭਾਵੁਕ ਹੁੰਦਾ ਉਹ ਸਾਹਮਣੇ ਆ ਰਹੇ ਨੇ। ਯੂਕਰੇਨ ਤੋਂ ਹੁਣੇ ਪਰਤੇ ਨੇ ਆਸ ਮੁਹੰਮਦ ਨੇ ਯੂਕਰੇਨ ਦੇ ਹਾਲਾਤ ਜਿਹੜੇ ਦੱਸੇ ਆ, ਜਿਨ੍ਹਾਂ ਤੋਂ ਰੂਬਰੂ ਕਰਵਾਇਆ, ਉਹ ਸੱਚਮੁੱਚ ਬੜੇ ਖਤਰਨਾਕ ਨੇ। ਆਸ ਮੁਹੰਮਦ ਦੀਆਂ ਆਸਾਂ ਨੂੰ ਬੂਰ ਪਿਆ ਤੇ ਉਹ ਭਾਰਤ ਪਹੁੰਚਣ ਵਿੱਚ ਕਾਮਯਾਬ ਹੋ ਗਏ ਆ। ਆਸ ਮੁਹੰਮਦ ਨੇ ਦੱਸਿਆ ਕਿ ਅਸਮਾਨ ਦੇ ਵਿੱਚ ਜਿਸ ਤਰ੍ਹਾਂ ਬਰਸਾਤ ਹੁੰਦੀ ਹੈ ਅਸਮਾਨੋਂ, ਉਸ ਤਰੀਕੇ ਨਾਲ ਮਿਜ਼ਾਈਲਾਂ ਤੇ ਬੰਬਾਂ ਦੀ ਬਰਸਾਤ ਹੋ ਰਹੀ ਹੈ। ਯੂਕਰੇਨ ਦੇ ਵਿੱਚ ਜੇਕਰ ਸੜਕ ਦੇ ਚੁਫੇਰੇ ਕੋਈ ਨਜ਼ਰ ਮਾਰਦਾ ਹੈ ਤਾਂ ਸੜਕ ਤੇ ਲਾਸ਼ਾਂ ਵਿਛੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਉਹ ਕਹਿੰਦੇ ਕਦੇ ਅਸੀਂ ਆਪਣੇ ਪਰਿਵਾਰ ਵਾਲਿਆਂ ਨੂੰ ਮਿਲ ਵੀ ਲਵਾਂਗੇ। ਸੱਚਮੁੱਚ ਸਾਡੀ ਉਮੀਦ ਟੁੱਟ ਗਈ ਸੀ, ਪਰ ਪਰਿਵਾਰਕ ਮੈਂਬਰ ਲਗਾਤਾਰ ਜਦੋਂ ਫੋਨ ਤੇ ਗੱਲਬਾਤ ਕਰਦੇ ਸੀ, ਧਰਵਾਸ ਦਿੰਦੇ ਸੀ, ਜਿਹਦੇ ਨਾਲ ਸਾਡੀ ਹਿੰਮਤ ਇੱਕ ਵਾਰੀ ਫਿਰ ਉੱਠ ਖੜੀ ਹੁੰਦੀ ਸੀ, ਜੀਵਤ ਹੋ ਜਾਂਦੀ ਸੀ। ਆਸ ਮੁਹੰਮਦ ਨੇ ਦੱਸਿਆ ਹੈ ਕਿ ਤਕਰੀਬਨ 48 ਘੰਟੇ ਦਾ ਸਫ਼ਰ ਕਰਨ ਤੋਂ ਬਾਅਦ, 48 ਘੰਟੇ ਤੁਸੀਂ ਹਿਸਾਬ ਲਾਓ ਕਿ 48 ਘੰਟੇ ਦਾ ਸਫ਼ਰ ਕਰਨ ਤੋਂ ਬਾਅਦ ਉਹ ਹੰਗਰੀ ਦੀ ਸਰਹੱਦ ਤੇ ਪਹੁੰਚੇ। ਗੋਲੀਬਾਰੀ ਹੋ ਰਹੀ ਸੀ, ਸਾਰੇ ਵਿਦਿਆਰਥੀ ਸਹਿਮੇ ਹੋਏ ਸੀ, ਜਾਨ ਬਚਾਉਣ ਦੇ ਵਾਸਤੇ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਪਨਾਹ ਲਈ ਹੋਈ ਸੀ। ਖਾਣ ਪੀਣ ਦਾ ਸਮਾਨ ਉਹ ਕਹਿੰਦੇ ਸਾਡਾ ਖਤਮ ਹੋ ਗਿਆ ਸੀ। ਦੁਕਾਨਾਂ, ਮਾਲ ਸਭ ਕੁਝ ਬਾਹਰ ਬੰਦ ਸੀ, ਕਰਫਿਊ ਲੱਗੇ ਹੋਏ ਸੀ। ਸਾਡੇ ਕੋਲ ਕਿਸੇ ਕੋਲ ਨਮਕੀਨ ਸੀ, ਕਿਸੇ ਕੋਲ ਬਿਸਕਟਸ ਤੇ ਕਿਸੇ ਕੋਲ ਸਿਰਫ ਪਾਣੀ ਸੀ। ਉਹ ਪੀ ਕੇ ਕਈ ਦਿਨ ਗੁਜ਼ਾਰਾ ਕੀਤਾ। ਫਿਰ ਆਖਰਕਾਰ ਸਾਰੇ ਵਿਦਿਆਰਥੀਆਂ ਨੇ ਇੱਕ ਮਤਾ ਪਕਾਇਆ ਕਿ ਇੱਥੇ ਜੇ ਬੈਠੇ ਰਹੇ ਮਾਰ ਆਪਾਂ ਇੱਥੇ ਵੀ ਜਾਣਾ ਹੈ। ਜੇ ਆ ਕੇ ਬਿਲਡਿੰਗ ਤੇ ਕੋਈ ਬੰਬ ਡਿੱਗਿਆ, ਮਿਜ਼ਾਈਲ ਡਿੱਗਿਆ ਤਾਂ ਵੀ ਮਰਾਂਗੇ। ਜੇ ਬੰਬ ਬੰਦੂਕ ਨਾ ਵੀ ਆਪਣੇ ਤੇ ਚੱਲੀ ਤਾਂ ਆਪਾਂ ਭੁੱਖ ਨਾਲ ਮਰ ਜਾਣਾ। ਭੁੱਖ ਨਾਲੋਂ ਮਰਨ ਨਾਲੋਂ ਚਲੋ ਇੱਕ ਮੌਕਾ ਲੈ ਕੇ ਦੇਖੀਏ, ਆਪਾਂ ਇੱਥੋਂ ਬਾਹਰ ਨਿਕਲੀਏ। ਉਹ ਕਹਿੰਦੇ ਫਿਰ ਅਸੀਂ ਇਕੱਠਿਆਂ ਨੇ ਹੋ ਕੇ ਰਾਏ ਸਲਾਹ ਕਰਕੇ ਹੰਗਰੀ ਦੀ ਸਰਹੱਦ ਵੱਲ ਚਾਲੇ ਪਾਉਣ ਦੀ ਠਾਣ ਲਈ। ਕਾਫੀ ਮੁਸ਼ਕਲਾਂ ਆਈਆਂ, ਮੁਸ਼ੱਕਤ ਕਰਨੀ ਪਈ ਤੇ ਅਸੀਂ ਸਰਹੱਦ ਤੇ ਪਹੁੰਚੇ। ਕਹਿੰਦੇ ਯੂਕਰੇਨ ਦੀ ਧਰਤੀ ਤੇ ਕਿਸੇ ਵੀ ਭਾਰਤੀ ਕਰਮਚਾਰੀ ਨੇ ਉਹਨਾਂ ਦਾ ਕੋਈ ਸਾਥ ਨਹੀਂ ਦਿੱਤਾ, ਪਰ ਰੋਮਾਨੀਆ ਦੀ ਧਰਤੀ ਤੇ ਕਦਮ ਰੱਖਦੇ ਸਾਰੀ ਭਾਰਤੀ ਅੰਬੈਸੀ ਨੇ ਉਹਨਾਂ ਨੂੰ ਸਹਿਯੋਗ ਦਿੱਤਾ। ਉਹਨਾਂ ਇਹ ਵੀ ਦੱਸਿਆ ਕਿ ਰੋਮਾਨੀਆ ਪਹੁੰਚ ਕੇ ਵੀ ਉਹਨਾਂ ਨੂੰ ਫਲਾਈਟ ਲੈਣ ਦੇ ਵਾਸਤੇ ਤਕਰੀਬਨ 4 ਦਿਨ ਦਾ ਇੰਤਜ਼ਾਰ ਕਰਨਾ ਪਿਆ। ਇਸੇ ਤਰ੍ਹਾਂ ਛੱਤੀਸਗੜ੍ਹ ਤੇ ਬਿਲਾਸਪੁਰ ਦੀ ਰੀਆ ਅਦਿੱਤੀ ਲਲੇਰ ਪਹੁੰਚੇ ਨੇ ਯੂਕਰੇਨ ਤੋਂ। ਉਹਨਾਂ ਨੇ ਕੁਝ ਸਨਸ਼ਨੀਖੇਜ਼ ਖੁਲਾਸੇ ਕੀਤੇ ਨੇ। ਉਹਨਾਂ ਨੇ ਜਦੋਂ ਗੱਲਬਾਤ ਕੀਤੀ, ਗੱਲਬਾਤ ਕਰਦਿਆਂ ਦੱਸਿਆ ਕਿ ਖਾਰਕਿਵ ਦੇ ਮੈਡੀਕਲ ਦੇ ਯੂਨੀਵਰਸਿਟੀ ਦੇ ਵਿੱਚ ਉਹ 6ਵੇਂ ਵਰ੍ਹੇ ਦੀ ਵਿਦਿਆਰਥਣ ਸੀ ਤੇ ਅਸੀਂ ਹੋਰ ਵਿਦਿਆਰਥੀਆਂ ਦੇ ਨਾਲ ਆਪਣੇ ਫਲੈਟ ਦੇ ਵਿੱਚ ਬੜੇ ਚੰਗੇ ਤਰੀਕੇ ਨਾਲ ਰਹਿ ਰਹੇ ਸੀ, ਪੜ੍ਹਾਈ ਬੜੀ ਵਧੀਆ ਚੱਲ ਰਹੀ ਸੀ। ਉਹਨਾਂ ਦੱਸਿਆ ਕਿ 24 ਫਰਵਰੀ ਦੀ ਸਵੇਰ ਸੀ, ਸਵੇਰ ਦੇ ਤਕਰੀਬਨ 5:11 ਹੋਏ ਸੀ। ਉਹਨੇ ਦੱਸਿਆ ਕਿ ਬੰਬ ਧਮਾਕਿਆਂ ਦੀਆਂ ਆਵਾਜ਼ਾਂ ਕੰਨਾਂ 'ਚ ਪੈਣ ਲੱਗੀਆਂ, ਲਗਾਤਾਰ ਸਾਇਰਨ ਵੱਜਣ ਲੱਗੇ। ਅਸੀਂ ਪੁੱਛਿਆ ਕਿ ਹੋ ਕੀ ਰਿਹਾ, ਆ ਧਮਾਕੇ ਕਿੱਥੇ ਹੋ ਰਹੇ ਨੇ, ਆ ਸਾਇਰਨ ਕਿਉਂ ਵੱਜ ਰਹੇ ਨੇ? ਉਹ ਕਹਿੰਦੇ ਸਾਨੂੰ ਦੱਸਿਆ ਗਿਆ ਕਿ ਯੂਕਰੇਨੀ ਫੌਜ ਯੁੱਧ ਦਾ ਅਭਿਆਸ ਕਰ ਰਹੀ ਹੈ, ਹੋਰ ਕੁਝ ਨਹੀਂ। ਫਿਰ ਇਹਦੇ ਤੋਂ ਬਾਅਦ ਲਗਾਤਾਰ ਬੰਬਾਰੀ, ਫਿਰ ਗੋਲੀਆਂ ਦੀਆਂ ਆਵਾਜ਼ਾਂ, ਫਿਰ ਇੰਨੇ ਨੂੰ ਕਹਿੰਦੇ ਅੰਬੈਸੀ ਤੋਂ ਇੱਕ ਮੈਸੇਜ, ਇੱਕ ਐਡਵਾਈਜ਼ਰੀ ਆਉਂਦੀ ਹੈ ਕਿ ਭਾਰਤੀ ਵਿਦਿਆਰਥੀ ਬੰਕਰਾਂ ਵਿੱਚ ਚਲੇ ਜਾਣ। ਕਹਿੰਦੇ ਜਿਹੜੇ ਉੱਥੋਂ ਦੇ ਸਥਾਨਕ ਲੋਕ ਸੀ ਉਹ ਵੀ ਬੰਕਰਾਂ ਦੇ ਵਿੱਚ ਆਉਣ ਲੱਗੇ। ਮੈਟਰੋ ਸਟੇਸ਼ਨ ਜਿਹੜੇ ਉਹ ਜ਼ਮੀਨਦੋਜ਼ ਬਣੇ ਹੋਏ ਨੇ, ਉੱਥੇ ਜਾ ਕੇ ਜਾਨ ਬਚਾਉਣ ਦੀਆਂ ਸਲਾਹਾਂ ਦਿੱਤੀਆਂ ਜਾਣ ਲੱਗੀਆਂ। ਉਹਦੇ ਤੋਂ ਬਾਅਦ ਗੋਲੀ ਕਦੇ ਰੁਕੀ ਨਹੀਂ, ਲਗਾਤਾਰ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਹਫੜਾ ਦਫੜੀ ਦਾ ਮਾਹੌਲ, ਦਹਿਸ਼ਤ ਦਾ ਮਾਹੌਲ। ਅਸੀਂ ਫਲੈਟ ਛੱਡਿਆ ਤੇ ਕਹਿੰਦੇ ਮੈਟਰੋ ਸਟੇਸ਼ਨ ਦੇ ਵਿੱਚ ਜਾ ਕੇ ਸ਼ਰਨ ਲੈ ਲਈ। ਫਿਰ 24 ਫਰਵਰੀ ਦੀ ਸਾਰੀ ਦਿਨ ਕਿੰਨੇ ਹੀ ਘੰਟੇ ਅਸੀਂ ਉੱਥੇ ਰਹੇ, ਪਰ ਜਦੋਂ ਰਾਤ ਹੋਈ ਸੌਣ ਵਾਸਤੇ ਫਲੈਟ ਦੇ ਵਿੱਚ ਵਾਪਸ ਆਏ, ਹਾਲਾਤ ਵਿਗੜਦੇ ਗਏ। 28 ਫਰਵਰੀ ਤੱਕ ਖਾਰਕਿਵ ਛੱਡਣ ਤੱਕ ਸਥਿਤੀ ਬਦ ਤੋਂ ਬਦਤਰ ਹੋ ਗਈ। ਫਿਰ 24 ਅਤੇ 25 ਫਰਵਰੀ ਨੂੰ ਅਸੀਂ ਮੈਟਰੋ ਸਟੇਸ਼ਨ ਨੂੰ ਛੱਡ 26 ਫਰਵਰੀ ਨੂੰ
ਜਦੋਂ ਦੂਸਰੇ ਵਿਦਿਆਰਥੀ ਬੰਕਰ ਦੇ ਵਿੱਚ ਚਲੇ ਗਏ ਤੇ ਉੱਥੇ ਸਵੇਰੇ ਵੀ ਸ਼ਾਮ ਵੀ ਸਾਡੀ ਉੱਥੇ ਹੀ ਬੀਤਣ ਲੱਗੀ। ਸਿਰਫ ਖਾਣਾ ਲੈਣ ਦੇ ਵਾਸਤੇ ਕੁਝ ਮਿੰਟਾਂ ਦੇ ਵਾਸਤੇ ਅਸੀਂ ਬਾਹਰ ਨਿਕਲਦੇ ਸੀ, ਕਿਉਂਕਿ ਬਾਹਰ ਵੀ ਕਰਫਿਊ ਲੱਗਿਆ ਹੁੰਦਾ ਸੀ। ਬੰਬਾਰੀ ਅਤੇ ਗੋਲੀ ਦੀਆਂ ਆਵਾਜ਼ਾਂ ਲਗਾਤਾਰ ਸੁਣਦੀਆਂ ਸੀ, ਧਮਾਕੇ ਵੀ ਹੁੰਦੇ ਸੀ, ਧਰਤੀ ਕੰਬਦੀ ਸੀ, -5 ਡਿਗਰੀ ਤਾਪਮਾਨ ਸੀ, ਧੂੜ ਸੀ, ਮਿੱਟੀ ਸੀ, ਖਾਣਾ ਸੌਣਾ ਪੀਣਾ ਸਾਰਾ ਬੰਕਰ ਵਿੱਚ ਹੋ ਰਿਹਾ ਸੀ। 5-7 ਮਿੰਟ ਸਿਰਫ ਭੋਜਨ ਤਿਆਰ ਕਰਨ ਵਾਸਤੇ ਅਸੀਂ ਆਪਣੇ ਬੰਕਰ ਦੇ ਵਿੱਚੋਂ ਬਾਹਰ ਨਿਕਲਦੇ ਸੀ, ਜਾਂ ਫੋਨ ਕਰਨ ਵਾਸਤੇ, ਕਿਉਂਕਿ ਉੱਥੇ ਅੰਦਰ ਫੋਨ ਨਹੀਂ ਸੀ ਚੱਲਦੇ। ਸਿਰਫ ਵੱਧ ਤੋਂ ਵੱਧ 1 ਮਿੰਟ ਕਿ ਮੈਸੇਜ ਕਰ ਆਈਏ ਘਰਦਿਆਂ ਨੂੰ, 1 ਮਿੰਟ ਲਈ ਬੰਕਰ ਤੋਂ ਬਾਹਰ ਨਿਕਲਦੇ ਸੀ। ਕਰਫਿਊ ਦੇ ਕਾਰਨ ਦੁਕਾਨਾਂ, ਬਾਜ਼ਾਰ ਸਭ ਕੁਝ ਬੰਦ ਸੀ। ਇਸ ਵਾਸਤੇ ਜਿਹੜਾ ਫਲੈਟ ਦੇ ਵਿੱਚ ਰੱਖਿਆ ਖਾਣ ਪੀਣ ਦਾ ਸਮਾਨ ਸੀ ਉਹ ਤਕਰੀਬਨ ਖਤਮ ਹੋ ਚੁੱਕਿਆ ਸੀ। ਉਹਨਾਂ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਕਿੱਲਤ ਹੋ ਚੁੱਕੀ ਸੀ। ਬੰਕਰ ਦੇ ਵਿੱਚ ਸਾਡੇ ਕੋਲ ਬੋਤਲ ਸੀ, ਸਿਰਫ ਇੱਕ ਬੂੰਦ ਕਰਕੇ ਪਾਣੀ ਪੀਂਦੇ ਸੀ ਕਿ ਕਿਤੇ ਇਹ ਖਤਮ ਨਾ ਹੋ ਜਾਵੇ। ATM ਬੰਦ ਹੋ ਚੁੱਕੇ ਸੀ, ਪੈਸੇ ਖਤਮ ਹੋ ਚੁੱਕੇ ਸੀ। ਬੰਕਰ ਦੇ ਵਿੱਚੋਂ ਨਿਕਲਣਾ ਬੇਹੱਦ ਜ਼ਰੂਰੀ ਹੋ ਗਿਆ ਸੀ ਕਿ ਹੁਣ ਕਰੀਏ ਤਾਂ ਕੀ ਕਰੀਏ, ਭੁੱਖ ਨਾਲ ਮਰਾਂਗੇ। ਹਰ 2-4 ਮਿੰਟ ਬਾਅਦ ਧਮਾਕਿਆਂ ਦੀਆਂ ਆਵਾਜ਼ਾਂ ਕੰਨਾਂ 'ਚ ਪੈਂਦੀਆਂ, ਬਾਹਰ ਗੋਲੀਬਾਰੀ ਅਤੇ ਟੈਂਕਰ ਦੌੜਦੇ ਭੱਜਦੇ ਨਜ਼ਰ ਆਉਂਦੇ। ਕਦੇ ਲੱਗਦਾ ਸੀ ਇਹ ਬੰਬ ਧਮਾਕੇ ਉਹਨਾਂ ਦੇ ਬੜੇ ਨੇੜੇ ਹੋ ਰਹੇ ਨੇ। ਬੰਕਰ ਹਿੱਲਦੇ ਸੀ, ਧਰਤੀ ਹਿੱਲਦੀ ਕੰਬਦੀ ਨਜ਼ਰ ਆਉਂਦੀ ਸੀ। ਡਰਦੇ ਮਾਰੇ ਬੰਕਰ ਦੇ ਵਿੱਚ ਬੈਠੇ। ਫਿਰ 28 ਫਰਵਰੀ ਨੂੰ ਖਾਰਕਿਵ ਸਟੇਸ਼ਨ ਪਹੁੰਚਣ ਦੀ ਸਾਨੂੰ ਐਡਵਾਈਜ਼ਰੀ ਮਿਲੀ। ਅਸੀਂ ਟੈਕਸੀ ਕਹਿੰਦੀ ਕਿਰਾਏ ਤੇ ਲਈ ਤੇ ਸਟੇਸ਼ਨ ਲਈ ਰਵਾਨਾ ਹੋ ਗਏ। ਥਾਂ ਥਾਂ ਤੇ ਰਸਤੇ ਵਿੱਚ ਯੂਕਰੇਨੀ ਫੌਜੀ ਹਥਿਆਰਾਂ ਦੇ ਨਾਲ ਨਜ਼ਰ ਆ ਰਹੇ ਸੀ। ਧਮਾਕਿਆਂ ਤੇ ਤਬਾਹੀ ਦਾ ਮੰਜ਼ਰ 4 ਚੁਫੇਰੇ ਨਜ਼ਰ ਆ ਰਿਹਾ ਸੀ। ਆਲੇ ਦੁਆਲੇ ਟੈਂਕ ਸੜੇ ਨਜ਼ਰ ਆ ਰਹੇ ਸੀ। ਟੈਂਕਾਂ ਦੇ ਕੋਲ ਲੋਥਾਂ ਪਈਆਂ, ਲਾਸ਼ਾਂ ਹੀ ਲਾਸ਼ਾਂ ਨਜ਼ਰ ਆ ਰਹੀਆਂ ਸੀ, ਜਿਸ ਨੂੰ ਦੇਖ ਕੇ ਕਹਿੰਦੇ ਰੂਹ ਕੰਬਦੀ ਸੀ। ਕਿਸੇ ਨਾ ਕਿਸੇ ਤਰੀਕੇ ਕਹਿੰਦੇ ਅਸੀਂ ਰੇਲਵੇ ਸਟੇਸ਼ਨ ਤੇ ਪਹੁੰਚ ਗਏ। ਖਾਰਕਿਵ ਛੱਡਣ ਲਈ ਜਦੋਂ ਵਿਦਿਆਰਥੀ ਰੇਲਵੇ ਸਟੇਸ਼ਨ ਪਹੁੰਚੇ ਤਾਂ ਉੱਥੇ ਯੂਕਰੇਨੀਅਨ ਜਿਹੜੇ ਫੌਜੀ ਸੀ ਉਹ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰ ਸੀ, ਤੇ ਯੂਕਰੇਨ ਦੇ ਲੋਕ ਵੀ ਆਪਣਾ ਮੁਲਕ ਛੱਡਣ ਦੇ ਵਾਸਤੇ, ਉਹ ਸ਼ਹਿਰ ਛੱਡਣ ਦੇ ਵਾਸਤੇ, ਖਾਰਕਿਵ ਛੱਡਣ ਦੇ ਵਾਸਤੇ ਰੇਲਵੇ ਸਟੇਸ਼ਨ ਤੇ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸੀ। ਭੀੜ ਭੜੱਕਾ ਸੀ। ਪਰ ਜਿਹੜੇ ਯੂਕਰੇਨੀ ਫੌਜੀ ਸੀ ਉਹ ਉੱਥੋਂ ਦੇ ਲੋਕਲ ਲੋਕਾਂ ਨੂੰ ਤਾਂ ਟ੍ਰੇਨ ਦੇ ਵਿੱਚ ਚੜ੍ਹਨ ਤੋਂ ਨਹੀਂ ਸੀ ਰੋਕਦੇ, ਪਰ ਕਹਿੰਦੇ ਸਾਨੂੰ ਨਹੀਂ ਸੀ ਚੜ੍ਹਨ ਦਿੰਦੇ। ਜੇ ਅਸੀਂ ਚੜ੍ਹਨ ਦੇ ਜਿੱਦ ਕਰਦੇ ਸੀ ਤਾਂ ਸਾਨੂੰ ਕੁੱਟਮਾਰ ਹੁੰਦੀ ਸੀ। ਕੋਸ਼ਿਸ਼ਾਂ ਕਰਦੇ ਰਹੇ, ਕਈ ਗੱਡੀਆਂ ਸਾਡੇ ਦੇਖਦਿਆਂ ਦੇਖਦਿਆਂ ਲੰਘ ਗਈਆਂ ਤੇ ਆਖਰਕਾਰ ਇੱਕ ਰੇਲ ਚੜ੍ਹਨ ਦੇ ਵਿੱਚ ਉਹ ਕਾਮਯਾਬ ਹੋ ਗਏ। ਖਾਰਕਿਵ ਤੋਂ 22 ਘੰਟੇ ਦਾ ਸਫ਼ਰ ਕੀਤਾ ਉਹਨਾਂ ਨੇ। ਉਹ ਸਫ਼ਰ ਕਹਿੰਦੇ ਜ਼ਿੰਦਗੀ 'ਚ ਅਸੀਂ ਕਦੇ ਭੁੱਲ ਨਹੀਂ ਸਕਦੇ ਕਿ ਕਿਵੇਂ ਬੰਕਰਾਂ ਵਿੱਚ ਰਹੇ, ਕਿਵੇਂ ਟੈਕਸੀ ਫੜ ਕੇ ਰੇਲਵੇ ਸਟੇਸ਼ਨ ਤੇ, ਕਿਵੇਂ ਉੱਥੇ ਮਾਰਾਂ ਖਾਧੀਆਂ, ਕਿਵੇਂ ਝਿੜਕਾਂ ਖਾਧੀਆਂ, ਕਿਵੇਂ ਅਸੀਂ ਰੇਲ ਗੱਡੀ ਲਈ, ਕਿਵੇਂ 22 ਘੰਟੇ ਦਾ ਸਫ਼ਰ ਤੈਅ ਕੀਤਾ ਤੇ ਫਿਰ ਉੱਥੇ ਉਤਰ ਕੇ 22 ਘੰਟਿਆਂ ਤੋਂ ਬਾਅਦ ਫਿਰ ਟੈਕਸੀ ਲਈ ਤੇ ਚੋਪ ਸਰਹੱਦ ਤੱਕ ਪਹੁੰਚੇ। ਚੋਪ ਯੂਕਰੇਨ ਦੀ ਸਰਹੱਦ ਹੈ। ਫਿਰ ਤਕਰੀਬਨ 12 ਘੰਟੇ ਫਿਰ ਲਾਈਨ ਦੇ ਵਿੱਚ ਖੜੇ ਰਹੇ ਕਿ ਇਮੀਗ੍ਰੇਸ਼ਨ ਕਲੀਅਰ ਕਰਨੀ ਹੈ ਤੇ ਟਿਕਟ ਲੈਣੀ ਹੈ। ਉੱਥੋਂ ਫਿਰ ਬੱਸ ਲਈ, ਬੱਸ ਲੈ ਕੇ ਜੋਹਾਨੀ ਵਾਸਤੇ ਨਿਕਲੇ ਤੇ ਜੋਹਾਨੀ ਹੰਗਰੀ ਦੀ ਸਰਹੱਦ ਹੈ। ਇਹ ਸਰਹੱਦ ਕ੍ਰਾਸ ਕਰਤੇ ਸਾਰ ਫਿਰ ਕਹਿੰਦੇ ਕੁਝ ਭਾਰਤੀ ਅਧਿਕਾਰੀ ਸਾਨੂੰ ਮਿਲੇ। ਉਹਨਾਂ ਸਾਨੂੰ ਬੱਸ 'ਚ ਬਿਠਾਇਆ ਤੇ ਬੱਸ ਰਾਹੀਂ ਸਾਨੂੰ ਉਹ ਰਾਜਧਾਨੀ ਬੁਡਾਪੇਸਟ ਲੈ ਆਏ। ਤੇ ਰਸਤੇ ਦੇ ਵਿੱਚ ਜਿੰਨੀ ਦੇਰ ਅਸੀਂ ਯੂਕਰੇਨ ਦੇ ਵਿੱਚ ਸੀ, ਸਾਨੂੰ ਹੋਰ ਤਾਂ ਕੁਝ ਨਹੀਂ ਮਿਲਿਆ। ਮੋੜ ਮੋੜ ਤੇ ਪੈਰ ਪੈਰ ਤੇ ਪਰੇਸ਼ਾਨੀਆਂ ਮਿਲੀਆਂ ਨੇ। ਯੂਕਰੇਨ ਵਾਲੇ ਪਾਸੇ ਸਾਡਾ ਕਿਸੇ ਭਾਰਤੀ ਅਧਿਕਾਰੀ ਨੇ ਕੋਈ ਸਾਥ, ਕੋਈ ਸਹਿਯੋਗ ਨਹੀਂ ਦਿੱਤਾ। ਹੁਣ ਜਿੰਨੀਆਂ ਵੀ ਇਹ ਕਹਾਣੀਆਂ ਮੈਂ ਤੁਹਾਨੂੰ ਸੁਣਾ ਰਿਹਾ ਉਹਨਾਂ ਦੀਆਂ ਹੱਡ ਬੀਤੀਆਂ ਨੇ, ਔਰ ਸਾਰੀਆਂ ਦੇ ਵਿੱਚ ਇੱਕ ਗੱਲ ਜ਼ਰੂਰ ਸਾਂਝੀ ਹੈ ਕਿ ਯੂਕਰੇਨ ਦੀ ਧਰਤੀ ਤੇ ਉਹਨਾਂ ਨੂੰ ਕੋਈ ਸਹਿਯੋਗ ਨਹੀਂ ਮਿਲਿਆ। ਫਿਰ ਭਾਰਤੀ ਸਫਾਰਤਖਾਨੇ ਦੇ ਅਧਿਕਾਰੀਆਂ ਨੇ ਕਹਿੰਦੇ ਬੁਡਾਪੇਸਟ ਤੇ ਇੱਕ ਹੋਟਲ ਵਿੱਚ ਸਾਨੂੰ ਠਹਿਰਾਇਆ। ਹੋਟਲ ਵਿੱਚ ਪਹੁੰਚਣ ਤੋਂ ਬਾਅਦ ਜ਼ਰੂਰ ਰਾਹਤ ਮਹਿਸੂਸ ਹੋਈ ਤੇ ਫਿਰ ਉੱਥੋਂ ਅਸੀਂ ਭਾਰਤ ਵਾਸਤੇ ਫਲਾਈਟ ਲਈ ਅਤੇ ਰਵਾਨਾ ਹੋ ਗਏ। ਤੇ ਹੁਣ ਭਾਰਤ ਸਰਕਾਰ ਕਹਿੰਦੀ ਹੈ ਕਿ ਤਕਰੀਬਨ ਅਸੀਂ ਸਾਰੇ ਵਿਦਿਆਰਥੀ ਕੱਢ ਲਏ ਹੈ, ਪਰ ਹਿਮਾਚਲ ਪ੍ਰਦੇਸ਼ ਵਾਲੇ ਪਾਸੋਂ ਖਬਰ ਮਿਲੀ ਹੈ ਕਿ ਹਾਲੇ ਵੀ ਉੱਥੋਂ ਦੇ 149 ਵਿਦਿਆਰਥਣਾਂ ਯੂਕਰੇਨ ਦੇ ਵਿੱਚ ਫਸੀਆਂ ਹੋਈਆਂ ਨੇ। ਇਹ ਵੀ ਪਤਾ ਲੱਗਾ ਕਿ ਕੁਝ ਯੂਕਰੇਨ ਦੇ ਗੁਆਂਢੀ ਮੁਲਕ ਰੋਮਾਨੀਆ, ਹੰਗਰੀ ਅਤੇ ਪੋਲੈਂਡ ਦੇ ਨਾਲ ਸਲੋਵਾਕੀਆ ਵਿੱਚ ਵੀ ਪਹੁੰਚ ਗਏ ਹੈ। ਇਹ ਜਾਣਕਾਰੀ ਹਿਮਾਚਲ ਵਿਧਾਨ ਸਭਾ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਖੁਦ ਦਿੱਤੀ ਹੈ। ਮੁੱਖ ਮੰਤਰੀ ਠਾਕੁਰ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ 309 ਵਿਦਿਆਰਥਣਾਂ ਵਾਪਸ ਪਰਤਣ ਵਿੱਚ ਕਾਮਯਾਬ ਹੋ ਚੁੱਕੇ ਹੈ ਤੇ ਹਿਮਾਚਲ ਸਰਕਾਰ ਯੂਕਰੇਨ ਦੇ ਵਿੱਚ ਫਸੇ ਵਿਦਿਆਰਥੀਆਂ ਦੇ ਮਾਪਿਆਂ ਦੇ ਨਾਲ ਵੀ ਲਗਾਤਾਰ ਸੰਪਰਕ ਦੇ ਵਿੱਚ ਹੈ।
ਵਿਦੇਸ਼ ਮੰਤਰਾਲੇ ਦੇ ਨਾਲ ਵੀ ਸੰਪਰਕ ਦੇ ਵਿੱਚ ਹੈ ਤਾਂ ਕਿ ਉਹਨਾਂ ਨੂੰ ਲਿਆਂਦਾ ਜਾ ਸਕੇ। ਦੱਸਣਾ ਬਣਦਾ ਕਿ ਮਿਸ਼ਨ ਗੰਗਾ ਦੇ ਤਹਿਤ ਭਾਰਤ ਸਰਕਾਰ ਦਾਅਵਾ ਕਰਦੀ ਹੈ ਕਿ 10 ਤਰੀਕ ਤੱਕ 10 ਮਾਰਚ ਤੱਕ ਯੂਕਰੇਨ ਦੇ ਵਿੱਚੋਂ ਸਾਰੇ ਭਾਰਤੀਆਂ ਦੀ ਵਾਪਸੀ ਹੋ ਜਾਵੇਗੀ, ਪਰ ਉੱਥੇ ਸਥਿਤੀ ਦਿਨ ਪ੍ਰਤੀ ਦਿਨ ਵਿਗੜ ਰਹੀ ਹੈ। ਰੂਸ ਅਤੇ ਯੂਕਰੇਨ ਦੀ ਜੰਗ ਚੱਲਦੇ ਨੂੰ ਹੁਣ 11ਵਾਂ ਦਿਨ ਚੜ੍ਹ ਚੁੱਕਿਆ ਤੇ 10 ਦਿਨ ਬੀਤ ਚੁੱਕੇ ਨੇ, ਜਿਸ ਕਾਰਨ ਵਿਦਿਆਰਥੀ ਵੀ ਤੇ ਮਾਪੇ ਵੀ ਇਸ ਵਕਤ ਡੂੰਘੀ ਚਿੰਤਾ ਵਿੱਚ ਨੇ। ਮੁੱਖ ਮੰਤਰੀ ਠਾਕੁਰ ਨੇ ਦੱਸਿਆ ਕਿ ਯੂਕਰੇਨ ਦੇ ਪੂਰਬੀ ਹਿੱਸੇ ਖਾਰਕਿਵ ਅਤੇ ਸੂਮੀ ਦੇ ਵਿੱਚ ਹਾਲੇ ਵੀ ਕੁਝ ਵਿਦਿਆਰਥੀ ਫਸੇ ਹੋਏ ਨੇ ਅਤੇ ਉਮੀਦ ਹੈ ਕਿ ਅਗਲੇ 1-2 ਦਿਨਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀਆਂ ਦੀ ਘਰ ਵਾਪਸੀ ਹੋ ਜਾਏਗੀ। ਇਹ ਚੰਗੀ ਗੱਲ ਹੈ ਕਿ ਖਬਰ ਮਿਲੇ ਕਿ ਭਾਰਤ ਦਾ ਹੁਣ ਕੋਈ ਨਾਗਰਿਕ, ਹੁਣ ਕੋਈ ਵਿਦਿਆਰਥੀ ਯੂਕਰੇਨ ਦੇ ਵਿੱਚ ਫਸਿਆ ਨਹੀਂ ਹੋਇਆ। ਪਰ ਜਿਹੜੇ ਛੱਡ ਕੇ ਆ ਰਹੇ ਨੇ ਉਹ ਆਪਣੇ ਦੁੱਖ ਦੱਸ ਰਹੇ ਨੇ, ਦਰਦ ਬਿਆਨ ਕਰ ਰਹੇ ਨੇ। ਪਰ ਆ ਪੱਖਪਾਤ ਦੀ ਖਬਰ ਸੱਚਮੁੱਚ ਦਿਲ ਨੂੰ ਹਲੂਣਾ ਦਿੰਦੀ ਹੈ। ਖੱਜਲ ਖੁਆਰੀ ਹੋ ਹੀ ਰਹੀ ਹੈ, ਆਪਾਂ ਨੂੰ ਵੀ ਪਤਾ ਹੈ। ਯੂਕਰੇਨ ਦੇ ਵਿੱਚੋਂ ਕੁਝ ਵਿਦਿਆਰਥੀ ਨੇ ਜਿਹੜੇ ਹਾਲੇ ਵੀ ਭਾਰਤ ਪਰਤ ਨਹੀਂ ਸਕੇ ਜਾਂ ਭਾਰਤ ਪਰਤ ਆਏ, ਉਹ ਦੱਸ ਰਹੇ ਨੇ ਕਿ ਪੱਖਪਾਤ ਵੀ ਹੋ ਰਿਹਾ ਹੈ। ਹੁਣ ਹਫ਼ਤੇ ਭਰ ਦੀ ਖੱਜਲ ਖੁਆਰੀ ਯੂਕਰੇਨ ਦੇ ਵਿੱਚ ਹੋਈ। ਇਸ ਖੱਜਲ ਖੁਆਰੀ ਤੋਂ ਬਾਅਦ ਤਕਰੀਬਨ 300 ਵਿਦਿਆਰਥੀ ਨੇ ਜਾਣਕਾਰੀ ਦੇ ਅਨੁਸਾਰ ਜਿਹੜੇ ਇਸ ਵਕਤ ਪੋਲੈਂਡ ਦੇ ਵਿੱਚ ਫਸੇ ਹੋਏ ਨੇ ਤੇ ਉਹਨਾਂ ਨੂੰ ਜਹਾਜ਼ ਨਹੀਂ ਚੜ੍ਹਨ ਦਿੱਤਾ ਜਾ ਰਿਹਾ। ਪੋਲੈਂਡ ਦੇ ਸ਼ਹਿਰ ਰਾਜੋਵ ਦੇ ਇੱਕ ਹੋਟਲ ਪ੍ਰੈਜ਼ੀਡੈਂਸੀ ਦੇ ਵਿੱਚ ਉਹ ਬੀਤੇ 3 ਦਿਨ ਤੋਂ ਠਹਿਰੇ ਹੋਏ ਨੇ ਤੇ ਇਹਨਾਂ ਵਿੱਚ ਬਹੁਤ ਗਿਣਤੀ ਵਿੱਚ ਪੰਜਾਬੀ ਵਿਦਿਆਰਥੀ ਨੇ। ਇਹਨਾਂ ਵਿੱਚ ਮੁਕਤਸਰ ਸਾਹਿਬ ਦੇ ਨਵਨੀਤ ਸਿੰਘ ਜੌੜਾ, ਸੁਖਰਾਜ ਸਿੰਘ ਭੁੱਲਰ ਤੇ ਪੁਨੀਤ ਕੁਮਾਰ ਨੇ ਦੱਸਿਆ ਕਿ 3 ਮਾਰਚ ਨੂੰ ਅਸੀਂ ਯੂਕਰੇਨ ਤੋਂ ਨਿਕਲ ਆਏ ਸੀ। ਉਦੋਂ ਤੋਂ ਅਸੀਂ ਹੋਟਲ ਦੇ ਵਿੱਚ ਬੈਠੇ ਹੋਏ ਹਾਂ, ਠਹਿਰੇ ਹੋਏ ਹਾਂ ਤੇ ਉਹਨਾਂ ਤੋਂ ਬਾਅਦ ਜਿਹੜੇ ਵਿਦਿਆਰਥੀ ਆਏ ਨੇ ਯੂਕਰੇਨ ਛੱਡ ਕੇ, ਉਹ ਤਾਂ ਜਹਾਜ਼ ਚੜ੍ਹਾ ਦਿੱਤੇ ਹੈ, ਪਰ ਸਾਨੂੰ ਪੱਖਪਾਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਸਾਨੂੰ ਹੋਟਲ ਦੇ ਵਿੱਚੋਂ ਵੀ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। ਉਹ ਕਹਿੰਦੇ ਜਿਹੜੇ ਅਸੀਂ ਇਕੱਠੇ ਸੀ, ਸਾਡੇ ਗਰੁੱਪ ਵੀ ਤੋੜ ਦਿੱਤੇ ਗਏ ਹੈ। ਗਰੁੱਪ ਵਿਚਲੀਆਂ 3 ਲੜਕੀਆਂ ਨੂੰ ਸਾਡੇ ਨਾਲੋਂ ਵੱਖਰੇ ਕਰ ਦਿੱਤਾ ਗਿਆ। ਪਹਿਲੇ ਸਾਲ ਦੇ ਵਿਦਿਆਰਥੀ ਨੂੰ ਸੀਨੀਅਰਾਂ ਨਾਲੋਂ ਵੱਖਰੇ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ 230 ਵਿਦਿਆਰਥੀ ਫਲਾਈਟ ਵਿੱਚ ਜਾਣੇ ਸੀ, ਪਰ ਉਹ 230 ਦੇ ਵਿੱਚੋਂ ਸਿਰਫ 10 ਬੱਚਿਆਂ ਨੂੰ ਲਿਜਾਇਆ ਗਿਆ ਕਿ ਆਓ ਭਾਈ ਆ 10 ਜਾਣਗੇ, ਪਰ ਉਹ 10 ਦੇ ਵਿੱਚੋਂ ਵੀ ਬਾਅਦ ਦੇ ਵਿੱਚ 8 ਬੱਚੇ ਵਾਪਸ ਭੇਜ ਦਿੱਤੇ ਗਏ। ਕਹਿਣ ਦਾ ਭਾਵ ਸਿਰਫ 2 ਨੂੰ ਜਹਾਜ਼ ਚੜਾਇਆ ਗਿਆ ਸਾਡੇ ਵਿੱਚੋਂ, ਉਹ ਕਹਿੰਦੇ। ਹਾਲਾਂਕਿ ਜਿਹੜੇ ਵਾਪਸ ਪਰਤੇ ਕਹਿੰਦੇ ਉਹਨਾਂ ਦੇ ਪਾਸਪੋਰਟਸ ਤੇ ਮੋਹਰਾਂ ਲੱਗ ਚੁੱਕੀਆਂ ਸੀ, ਜਿਸ ਕਾਰਨ ਇਹ ਆਖਿਆ ਜਾ ਸਕਦਾ ਕਿ ਯੂਕਰੇਨ ਵਿੱਚੋਂ ਸਰਹੱਦ ਪਾਰ ਕਰਨ ਵਾਲੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵੀ ਹਾਲੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਭਾਵੇਂ ਉੱਥੇ ਇੰਨਾ ਕੁ ਤਾਂ ਖਤਰਾ ਨਹੀਂ ਹੈ ਹੁਣ ਕਿ ਉੱਥੇ ਕੋਈ ਬੰਬ, ਕੋਈ ਬੰਦੂਕ ਚੱਲ ਰਹੀ ਹੈ, ਪਰ ਭਾਰਤ ਆਉਣ ਦੀ ਉਡੀਕ ਵਿੱਚ ਨੇ ਤੇ ਪੱਖਪਾਤ ਦਾ ਸਾਹਮਣਾ ਕਰ ਰਹੇ ਨੇ। ਇਸ ਤਰ੍ਹਾਂ ਫਰੀਦਕੋਟ ਦੇ 3 ਵਿਦਿਆਰਥੀ ਬੀਤੇ 72 ਘੰਟਿਆਂ ਤੋਂ ਪੋਲੈਂਡ ਦੀ ਸਰਹੱਦ ਤੇ ਫਸੇ ਹੋਏ ਨੇ। 72 ਘੰਟੇ ਸੋਚ ਕੇ ਦੇਖੋ, ਮਾਈਨਸ ਦੇ ਵਿੱਚ ਤਾਪਮਾਨ ਹੈ। ਪੋਲੈਂਡ ਦੀ ਸਰਹੱਦ ਤੇ ਭੀੜ ਭੜਕਾ ਕਾਫੀ ਹੈ। ਉਹ ਕਹਿੰਦੇ ਵਿਦਿਆਰਥੀ ਨੂੰ ਹਵਾਈ ਅੱਡੇ ਪਹੁੰਚਣ ਦੇ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਦੀ ਖੁਸ਼ਵਿੰਦਰ ਕੌਰ ਬੀਤੇ 72 ਘੰਟਿਆਂ ਤੋਂ ਪੋਲੈਂਡ ਦੀ ਸਰਹੱਦ ਤੇ ਖੜੀ ਸੀ। ਇਸੇ ਤਰ੍ਹਾਂ ਖਾਰਕਿਵ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਅਭਿਸ਼ੇਕ ਸ਼ਰਮਾ 2 ਦਿਨਾਂ ਤੋਂ ਪੋਲੈਂਡ ਦੀ ਸਰਹੱਦ ਤੇ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਹੈ। ਲਾਂਘਾ ਉਹਨੂੰ ਮਿਲ ਨਹੀਂ ਰਿਹਾ। ਲਾਂਘਾ ਨਾ ਮਿਲਣ ਕਾਰਨ ਅਭਿਸ਼ੇਕ ਸ਼ਰਮਾ ਤੇ 12 ਹੋਰ ਵਿਦਿਆਰਥੀਆਂ ਨੇ ਫਿਰ ਇੱਕ ਮਿੰਨੀ ਬੱਸ ਦੇ ਰਾਹੀਂ ਰੋਮਾਨੀਆ ਦੇ ਬਾਰਡਰ ਤੱਕ ਪਹੁੰਚਣ ਲਈ $1200 ਖਰਚ ਕੀਤੇ ਹੈ। ਹੁਣ ਵੇਖੋ ਕਿ ਇੱਧਰ ਤਾਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਅਸੀਂ ਇਵੈਕੂਏਟ ਕਰ ਰਹੇ ਹਾਂ। ਆ ਜਿੰਨੀਆਂ ਵੀ ਮੈਂ ਤੁਹਾਨੂੰ ਹੱਡ ਬੀਤੀਆਂ ਇਹਨਾਂ ਸਟੂਡੈਂਟਸ ਦੀਆਂ ਦੱਸੀਆਂ ਨੇ, ਉਹ ਸਾਰੇ ਆਪਣੇ ਤਰੀਕੇ ਨਾਲ ਆਪ ਕੋਈ ਨਾ ਕੋਈ ਹੀਲਾ ਵਸੀਲਾ ਕਰਕੇ ਗੁਆਂਢੀ ਮੁਲਕਾਂ ਦੇ ਵਿੱਚ ਪਹੁੰਚਣ ਵਾਸਤੇ ਕਾਮਯਾਬ ਹੋਇਆ। ਪਰ ਇਹਨਾਂ ਵਿੱਚੋਂ ਕੁਝ ਵਿਦਿਆਰਥੀਆਂ ਨੇ ਇਹ ਵੀ ਦੱਸਿਆ ਕਿ ਪੋਲੈਂਡ ਦੀ ਸਰਹੱਦ ਉੱਤੇ ਜ਼ਿਆਦਾ ਭੀੜ ਭੜਕਾ ਹੈ, ਕਿਉਂਕਿ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਕਿ 6.5 ਲੱਖ ਲੋਕ ਪੋਲੈਂਡ ਦੇ ਵਿੱਚ ਪਹੁੰਚ ਚੁੱਕੇ ਨੇ। ਪਰ ਉਹਨਾਂ ਨੇ ਦਰਖਾਸਤ ਕੀਤੀ ਹੈ ਕਿ ਜੇਕਰ ਕੋਈ ਵਿਦਿਆਰਥੀ ਇਸ ਵਕਤ ਫਸਿਆ ਹੋਇਆ, ਉਹ ਪੋਲੈਂਡ ਵਾਲੀ ਸਰਹੱਦ ਵਾਲੇ ਪਾਸੇ ਜਾਣ ਦੀ ਬਜਾਏ ਰੋਮਾਨੀਆ ਵਾਲੇ ਪਾਸੇ ਜਾਣ, ਕਿਉਂਕਿ ਉਧਰ ਭੀੜ ਭੜਕਾ ਘੱਟ ਹੈ। ਪਰ ਇਹ ਹੋ ਸਕਦਾ ਹੈ ਕਿ ਕਿਸੇ ਨੂੰ ਪੋਲੈਂਡ ਵਾਲੀ ਸਰਹੱਦ ਨੇੜੇ ਪੈਂਦੀ ਹੋਵੇ। ਪਰ ਹਾਲਾਤ ਉਸ ਵਕਤ ਇਹ ਨਹੀਂ ਦੱਸਦੇ ਹੁੰਦੇ ਕਿ ਤੁਸੀਂ ਸੱਜੇ ਜਾਣਾ ਕਿ ਤੁਸੀਂ ਖੱਬੇ ਜਾਣਾ। ਇਨਸਾਨ ਸੋਚਦਾ ਕਿ ਇੱਕ ਵਾਰੀ ਇੱਥੋਂ ਚਲੇ ਜਾਈਏ। ਤੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਬਹੁਤ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਖਬਰ ਸੀ ਕਿ ਪਾਕਿਸਤਾਨ ਦੇ ਪਿਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ਦੇ ਇਲਾਕੇ ਵਿੱਚ ਇੱਕ ਸ਼ੀਆ ਮਸਜਿਦ ਦੇ ਵਿੱਚ ਜੁਮੇ ਦੀ ਨਮਾਜ਼ ਮੌਕੇ ਆਤਮਘਾਤੀ ਹਮਲਾ ਹੋਇਆ ਸੀ ਤੇ ਉਸ ਹਮਲੇ ਦੀ ਜ਼ਿੰਮੇਵਾਰੀ ਹੁਣ
ਇੱਕ ਦਹਿਸ਼ਤੀ ਜਥੇਬੰਦੀ ਇਸਲਾਮਿਕ ਸਟੇਟ ਉਹਨੇ ਕਬੂਲ ਲਈ ਹੈ ਤੇ ਧਮਾਕੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ 57 ਤੋਂ ਵੱਧ ਕੇ ਹੁਣ 62 ਹੋ ਚੁੱਕੀ ਹੈ, ਜਦੋਂ ਕਿ 200 ਦੇ ਲਗਭਗ ਵਿਅਕਤੀ ਹਾਲੇ ਵੀ ਜ਼ਖਮੀ ਦੱਸੇ ਜਾ ਰਹੇ ਨੇ। ਹੁਣ ਤੁਸੀਂ ਦੇਖੋ ਕਿ ਮਨੁੱਖਤਾ ਦੇ ਉੱਤੇ ਕਹਿਰ ਕੌਣ ਢਾ ਰਿਹਾ ਹੈ? ਇਨਸਾਨ ਢਾ ਰਹੇ ਨੇ। ਬੰਬ ਕਾਹਦੇ ਵਾਸਤੇ ਬਣਾਏ? ਬੰਦੂਕਾਂ ਕਾਹਦੇ ਵਾਸਤੇ ਬਣਾਈਆਂ ਤੇ ਬਣਾਈਆਂ ਕਿਹਨਾਂ ਨੇ? ਇਨਸਾਨ ਨੇ ਬੰਬ, ਇਨਸਾਨ ਨੇ ਬੰਦੂਕਾਂ, ਇਨਸਾਨ ਨੇ ਐਟਮੀ ਹਥਿਆਰ ਤੇ ਇਨਸਾਨਾਂ ਦੇ ਖਾਤਮੇ ਲਈ ਹੀ ਵਰਤੀਆਂ ਜਾ ਰਹੀਆਂ ਨੇ। ਹੁਣ ਤੁਸੀਂ ਇਹ ਸੋਚੋ ਕਿ ਜਿੰਨਾ ਪੈਸਾ, ਜਿੰਨਾ ਸਰਮਾਇਆ ਇਹ ਬੰਬ, ਬੰਦੂਕਾਂ, ਟੈਂਕਾਂ, ਤੋਪਾਂ ਤੇ ਲੱਗਿਆ, ਮਿਜ਼ਾਈਲਾਂ ਤੇ ਲੱਗਿਆ, ਐਟਮੀ ਹਥਿਆਰਾਂ ਤੇ ਲੱਗਿਆ। ਜੇਕਰ ਇਹੀ ਪੈਸਾ ਦੁਨੀਆ ਦੀ ਗੁਰਬਤ ਖਤਮ ਕਰਨ ਤੇ ਲੱਗ ਜਾਂਦਾ, ਜੇਕਰ ਦੁਨੀਆ ਦੇ ਵਿੱਚ ਹੋਰ ਕਾਢਾਂ ਕੱਢਣ ਤੇ ਲੱਗ ਜਾਂਦਾ, ਹੋ ਸਕਦਾ ਕਿ ਅੱਜ ਸਾਨੂੰ ਕੈਂਸਰ ਦਾ ਇਲਾਜ ਮਿਲਿਆ ਹੁੰਦਾ। ਹੋ ਸਕਦਾ ਜਿਹੜੀਆਂ ਹੋਰ ਘਾਤਕ ਬਿਮਾਰੀਆਂ ਨੇ ਉਹਨਾਂ ਦੇ ਟੀਕੇ, ਉਹਨਾਂ ਦੀਆਂ ਗੋਲੀਆਂ ਸਾਨੂੰ ਮਿਲੀਆਂ ਹੁੰਦੀਆਂ। ਪਰ ਕਈ ਮਨੁੱਖਾਂ ਦੇ ਖੁਰਾਫਾਤੀ ਦਿਮਾਗ ਨੇ ਸਿਰਫ ਬੰਬ, ਹਥਿਆਰ, ਬੰਦੂਕਾਂ ਬਣਾਈਆਂ ਨੇ, ਤੋਪਾਂ ਬਣਾਈਆਂ ਨੇ। ਬਣਾਈਆਂ ਵੀ ਇਨਸਾਨਾਂ ਨੇ ਅਤੇ ਵਰਤੀਆਂ ਵੀ ਇਨਸਾਨਾਂ ਤੇ ਜਾ ਰਹੀਆਂ ਨੇ। ਹੁਣ ਇਹ ਸੀ ਦੋਸਤੋ ਆਪਣਾ ਅੱਜ ਦਾ ਕੁੱਲ ਮਿਲਾ ਕੇ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ ਹੈ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।